Hello, dear students. Good morning. How are you? Before starting off every assignment, we are talking a pledge. You may speak with me in loud voice. ਪੰਜਾਬੀ ਪਾਠ ਪੁਸਤਕ ਸੁਨਹਿਰੀ ਬੋਲੀ 8th grade ਬੱਚਿਓ ਪਹਿਲਾਂ ਆਪਾਂ ਪਲੈਜ ਬੋਲਦੇ ਹਾਂ। Pledge, I Satvinder Kaur committed to be vigilant and bear in mind at all times the risk to myself and my colleagues from COVID-19. I promise to take unnecessary precautions that prevent the spread of this deadly virus. I promise to follow and encourage others to follow the key COVID appropriate behaviors too. Always wear a mask, face cover, especially when in public places, to maintain a minimum distance of 6 feet from others, to wash my hands frequently and thoroughly with soap and water. Together we will win this fight against COVID-19. Chapter number 20. ਬੱਚੇ ਆਪਣਾ ਲਾਸਟ ਚੈਪਟਰ ਇਹ ਰੀਡਰ ਦਾ ਚੈਪਟਰ ਦਾ ਨੇਮ ਹੈ ਸੱਚਾ ਸੇਵਕ, ਜੋ ਕਿ ਇੱਕ ਲੇਖ ਹੈ। ਆਓ ਅੱਜ ਆਪਾਂ ਇਸ ਚੈਪਟਰ ਨੂੰ ਚੰਗੀ ਤਰ੍ਹਾਂ ਰੀਡ ਕਰਦੇ ਹਾਂ। ਬਾਬਾ ਜੀ, ਇਹ ਭਾਰੀ ਪੰਡ ਮੇਥੋਂ ਨਹੀਂ ਚੁੱਕੀ ਜਾਂਦੀ, ਚੁੱਕੀ ਕਿ ਮੇਥੋਂ ਤਾਂ ਹਿੱਲਦੀ ਵੀ ਨਹੀਂ ਹੈ, ਮੈਂ ਕੀ ਕਰਾਂ। ਉਸ 7-8 ਸਾਲਾਂ ਦੇ ਬੱਚੇ ਨੇ ਬੀਬੀ ਦਾੜੀ ਵਾਲੇ ਆਪਣੇ ਬਾਬੇ ਨੂੰ ਕਿਹਾ, ਪੁੱਤਰਾ ਗੱਲ ਤਾਂ ਤੇਰੀ ਠੀਕ ਹੈ, ਮੈਂ ਵੀ ਆਪਣੀ ਬਾਹ ਲਾ ਬੈਠਾ ਹਾਂ, ਮੇਥੋਂ ਵੀ ਨਹੀਂ ਚੁੱਕੀ ਜਾਂਦੀ, ਮੈਂ ਕੀ ਕਰਾਂ। ਬੁੱਢੇ ਨੇ ਬੇਬਸੀ ਨਾਲ ਕਿਹਾ। ਦੋਹਾਂ ਨੇ ਪੰਡ ਚੁੱਕਣ ਦੀ ਕੋਸ਼ਿਸ਼ ਕੀਤੀ, ਪਰ ਫਿਰ ਵੀ ਉਹ ਦੋਵੇਂ ਕੀ ਹੈ ਕਹਿੰਦੇ ਅਸਫਲ ਹੋਏ। ਹੁਣ ਕੀ ਕਰੀਏ, ਬੱਚੇ ਨੇ ਸਵਾਲ ਕੀਤਾ। ਬਾਬਾ ਜੀ, ਥੋੜਾ ਅਨਾਜ ਲੈ ਚੱਲੀਏ। ਬੱਚੇ ਨੇ ਫਿਰ ਸੋਚ ਕੇ ਤਰਕੀਬ ਦੱਸੀ। ਨਹੀਂ ਪੁੱਤਰਾ, ਮੇਰਾ ਟੱਬਰ ਬਹੁਤ ਵੱਡਾ ਹੈ, ਫਿਰ ਇਹ ਵੀ ਨਹੀਂ ਪਤਾ ਹੈ ਕਿ ਕਦੋਂ ਇਹ ਕਾਲ ਖਤਮ ਹੋਵੇਗਾ ਤੇ ਸਾਨੂੰ ਰੱਜਵੀਂ ਰੋਟੀ ਮਿਲੇਗੀ। ਬਾਬੇ ਨੇ ਆਪਣੀ ਬੇਬਸੀ ਦੱਸੀ। ਵੱਖ-ਵੱਖ ਲੋਕ ਅਨਾਜ ਦੀਆਂ ਬੋਰੀਆਂ ਭਰ-ਭਰ ਕੇ ਲਿਜਾ ਰਹੇ ਸਨ ਅਤੇ ਇਹ ਦੋਵੇਂ ਦਾਦਾ ਪੋਤਰਾ ਸਾਰਿਆਂ ਵੱਲ ਬੇਬਸੀ ਨਾਲ ਵੇਖ ਰਹੇ ਸਨ। ਇਹ ਲਾਹੌਰ ਦੇ ਸ਼ਾਹੀ ਕਿਲੇ ਨਾਲ ਲੱਗਦੇ ਖੁੱਲੇ ਵਿਹੜੇ ਵਿੱਚ ਚੌਲ, ਕਣਕ, ਜਵਾਰ ਆਦਿ ਦੇ ਢੇਰ ਲੱਗੇ ਹੋਏ ਸਨ। ਮੀਂਹਾਂ ਦੀ ਘਾਟ ਕਾਰਨ ਫਸਲਾਂ ਦੀ ਪੈਦਾਵਾਰ ਨਾ ਮਾਤਰ ਹੋਣ ਕਾਰਨ ਲਾਹੌਰ ਵਿੱਚ ਕਹਿੰਦੇ ਕੀ ਹੈ ਕਾਲ ਪੈ ਗਿਆ ਸੀ ਅਤੇ ਅਜਿਹੇ ਮੌਕੇ ਤੇ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹੀ ਗੁਦਾਮਾਂ ਵਿੱਚ ਪਿਆ ਅਨਾਜ ਲਾਹੌਰ ਨਾਲ ਲੱਗਦੀ ਖਾਲੀ ਥਾਂ ਵਿੱਚ ਢੇਰੀ ਕਰਵਾ ਦਿੱਤਾ ਸੀ ਅਤੇ ਨਾਲ ਹੀ ਇਹ ਮੁਨਾਦੀ ਕਰਵਾ ਦਿੱਤੀ ਸੀ ਕਿ ਜੋ ਵੀ ਕੋਈ ਜਿੰਨਾ ਵੀ ਅਨਾਜ ਲੈ ਕੇ ਜਾ ਸਕਦਾ ਹੈ ਲੈ ਜਾਵੇ। ਲੋਕਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਰਿਹਾ। ਭੁੱਖੇ ਢਿੱਡਾਂ ਨੂੰ ਰੋਟੀ ਚਾਹੀਦੀ ਸੀ। ਸਭ ਪਾਸੇ ਮਹਾਰਾਜੇ ਦੀ ਵਡਿਆਈ ਦੇ ਬਾਜੇ ਵੱਜਣ ਲੱਗੇ। ਲੋਕਾਂ ਦੀ ਕਹਿੰਦੇ ਚਿੰਤਾ ਹੀ ਖਤਮ ਹੋ ਗਈ ਸੀ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਸੀ ਕਿ ਜਿੰਨਾ ਵੀ ਤੁਸੀਂ ਅਨਾਜ ਲੈ ਕੇ ਜਾਣਾ ਚਾਹੁੰਦੇ ਹੋ ਲੈ ਕੇ ਜਾ ਸਕਦੇ ਹੋ। ਉਹ ਬੋਰੀਆਂ, ਤੋੜੇ ਅਤੇ ਹੋਰ ਵੱਡੇ ਵੱਡੇ ਭਾਂਡੇ ਲੈ ਕੇ ਅਨਾਜ ਭਰ ਕੇ ਘਰਾਂ ਨੂੰ ਲਿਜਾਣ ਲੱਗੇ ਸਨ। ਇਹ ਬੁੱਢਾ ਬਾਬਾ ਤੇ ਬੱਚਾ ਵੀ ਘਰੋਂ ਇੱਕ ਵੱਡਾ ਸਾਰਾ ਕੱਪੜਾ ਲੈ ਕੇ ਆਏ ਸਨ ਤਾਂ ਜੋ ਅਨਾਜ ਲਿਆ ਕੇ ਭੁੱਖ ਮਿਟਾਈ ਜਾ ਸਕੇ, ਪਰ ਉਹ ਕੱਪੜੇ ਵਿੱਚ ਉਹਨਾਂ ਨੇ ਇੰਨਾ ਅਨਾਜ ਭਰ ਲਿਆ ਸੀ ਕਿ ਹੁਣ ਚੁੱਕਿਆ ਨਹੀਂ ਸੀ ਜਾ ਰਿਹਾ। ਥੋੜੇ ਅਨਾਜ ਨਾਲ ਘਰ ਦਾ ਕਹਿੰਦੇ ਗੁਜ਼ਾਰਾ ਨਹੀਂ ਸੀ ਹੋਣਾ। ਮਤਲਬ ਕਿ ਦਾਦਾ ਪੋਤਾ ਕੀ ਆ, ਘਰੋਂ ਇੱਕ ਕੱਪੜਾ ਲੈ ਕੇ ਆਏ, ਉਹਦੇ ਵਿੱਚ ਅਨਾਜ ਪਾ ਕੇ ਉਹ ਘਰ ਲੈ ਕੇ ਜਾਣਾ ਚਾਹੁੰਦੇ ਸੀ, ਪਰੰਤੂ ਕਹਿੰਦੇ ਉਹ ਕੱਪੜਾ ਇੰਨਾ ਜ਼ਿਆਦਾ ਭਰ ਗਿਆ ਸੀ, ਉਹ ਦੋਨਾਂ ਤੋਂ ਨਹੀਂ ਚੁੱਕਿਆ ਜਾ ਰਿਹਾ ਸੀ, ਕਿਉਂਕਿ ਦਾਦਾ ਸਰੀਰ ਪੱਖੋਂ ਬਹੁਤ ਕਮਜ਼ੋਰ ਸੀ, ਉਹਦੀ ਏਜ ਜ਼ਿਆਦਾ ਸੀ ਅਤੇ ਬੱਚਾ ਹਜੇ ਕੀ ਸੀ, ਨਿਆਣਾ ਸੀ। ਲਿਆਓ ਬਾਬਾ ਜੀ, ਮੈਂ ਇਹ ਪੰਡ ਚੁੱਕ ਲੈਂਦਾ ਹਾਂ। ਪਿੱਛੋਂ ਆ ਕੇ ਇੱਕ ਲੰਬੇ ਸਲੰਬੇ ਨੌਜਵਾਨ ਨੇ ਕਿਹਾ, ਪਰ ਤੂੰ ਕੌਣ ਹੈ? ਬਾਬਾ ਨੇ ਸਵਾਲ ਕੀਤਾ। ਮੇਰੇ ਬਾਰੇ ਤੁਸੀਂ ਫਿਰ ਪਤਾ ਕਰ ਲੈਣਾ, ਪਹਿਲਾਂ ਮੈਂ ਇਹ ਪੰਡ ਚੁੱਕ ਕੇ ਤੁਹਾਡੇ ਘਰ ਪਹੁੰਚਾ ਆਵਾਂ। ਇਹਨਾਂ ਕਹਿੰਦਿਆਂ ਹੀ ਉਸਨੇ ਜੱਫਾ ਮਾਰ ਕੇ ਪੰਡ ਸਿਰ ਤੇ ਚੁੱਕ ਲਈ। ਬਾਬਾ ਜੀ ਅਜੇ ਬੱਚਾ ਅੱਗੇ ਅੱਗੇ ਤੁਰਨ ਲੱਗੇ, ਉਹ ਨੌਜਵਾਨ ਪਿੱਛੇ ਪਿੱਛੇ। ਲਾਹੌਰ ਦੀ ਇੱਕ ਗਲੀ ਵਿੱਚ ਇੱਕ ਖੁੱਲੇ ਡੁੱਲੇ ਵਿਹੜੇ ਵਿੱਚ ਉਸ ਨੌਜਵਾਨ ਨੇ ਪੰਡ ਹੇਠਾਂ ਉਤਾਰ ਕੇ ਬੋਲਿਆ, ਹਾਂ ਬਾਬਾ ਜੀ, ਹੋਰ ਸੇਵਾ ਦੱਸੋ। ਪੁੱਤਰਾ, ਸੇਵਾ ਤਾਂ ਕੋਈ ਨਹੀਂ, ਪਰ ਤੂੰ ਹੈ ਕੌਣ? ਬਾਬਾ ਜੀ, ਮੇਰਾ ਨਾਮ ਰਣਜੀਤ ਸਿੰਘ ਹੈ, ਮੈਂ ਉਸ ਅਕਾਲ ਪੁਰਖ ਦੇ ਹੁਕਮ ਨਾਲ ਅਤੇ ਆਪ ਜਿਹੇ ਬਜ਼ੁਰਗਾਂ ਦੇ ਆਸ਼ੀਰਵਾਦ ਸਦਕਾ ਲਾਹੌਰ ਦੇ ਤਖਤ ਤੇ ਵਿਰਾਜਮਾਨ ਹਾਂ। ਇਹ ਸੁਣ ਕੇ ਬਾਬੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਭਾਵ ਕਿ ਤਖਤ ਤੇ ਬੈਠਣ ਵਾਲਾ ਰਾਜਾ ਇੱਕ ਬਜ਼ੁਰਗ ਦੀ ਸੇਵਾ ਕਰ ਰਿਹਾ ਸੀ, ਜੋ ਕਿ ਇੱਕ ਆਮ ਇਨਸਾਨ ਸੀ। ਇਸ ਕਰਕੇ ਕਹਿੰਦੇ ਬਾਬਾ ਬਹੁਤ ਜ਼ਿਆਦਾ ਹੈਰਾਨ ਸੀ। ਪਰ ਬਾਦਸ਼ਾਹ, ਸਲਾਮਤ ਤੁਸੀਂ ਇਹ ਪੰਡ ਕਿਉਂ ਚੁੱਕ ਕੇ ਲਿਆਏ ਹੋ? ਅਸੀਂ ਕੁਝ ਦਿਨ ਹੋਰ ਭੁੱਖ ਜਰ ਲੈਂਦੇ। ਬਾਬਾ ਜੀ, ਮੈਂ ਤਖਤ ਤੇ ਬੈਠ ਕੇ ਰੱਜ ਕੇ ਖਾਵਾਂ ਤੇ ਮੇਰੀ ਪਰਜਾ ਭੁੱਖੀ ਮਰੇ, ਇਹ ਕਦੇ ਨਹੀਂ ਹੋ ਸਕਦਾ। ਉਸ ਨੌਜਵਾਨ ਨੇ ਕਿਹਾ, ਤੁਸੀਂ ਵੀ
ਤੁਸੀਂ ਇਹ ਕੀ ਭੇਸ ਬਣਾਇਆ ਹੋਇਆ ਹੈ ਬਾਬਾ ਜੀ, ਜੇ ਮੈਂ ਇਹ ਭੇਸ ਨਾ ਬਣਾਉਂਦਾ ਤਾਂ ਤੁਹਾਡੀ ਸੇਵਾ ਦਾ ਮੌਕਾ ਮੈਨੂੰ ਕਹਿੰਦੇ ਕਿੰਜ ਮਿਲਦਾ। ਪਰ ਤੁਸੀਂ ਸਾਡੇ ਬਾਦਸ਼ਾਹ ਹੋ, ਤੁਹਾਨੂੰ ਇੰਜ ਨਹੀਂ ਸੀ ਕਰਨਾ ਚਾਹੀਦਾ। ਬਾਬੇ ਨੇ ਕਿਹਾ, ਬਾਬਾ ਜੀ ਮੈਂ ਬਾਦਸ਼ਾਹ ਨਹੀਂ, ਮੈਂ ਤੁਹਾਡਾ ਸੇਵਕ ਹਾਂ, ਮੈਨੂੰ ਇੰਜ ਹੀ ਕਰਨਾ ਚਾਹੀਦਾ। ਇਹਨਾਂ ਕਹਿੰਦਿਆਂ ਹੋਏ ਉਹ ਨੌਜਵਾਨ ਬਾਹਰ ਨੂੰ ਤੁਰ ਪਿਆ। ਉਹ ਬੁੱਢਾ ਖੁਸ਼ੀ ਨਾਲ ਭਰੀਆਂ ਅੱਖਾਂ ਤੇ ਮੁਸਕਰਾਉਂਦੇ ਚਿਹਰੇ ਨਾਲ ਉਸ ਨੂੰ ਤੱਕਣ ਲੱਗਾ, ਭਾਵ ਉਸ ਨੂੰ ਦੇਖਣ ਲੱਗਾ। ਸਿਰਫ ਸੇਵਕ ਨਹੀਂ, ਸੱਚਾ ਸੇਵਕ ਉਸ ਬਾਬੇ ਦੇ ਮੂੰਹੋਂ ਸੁਭਾਵਕ ਹੀ ਨਿਕਲਿਆ। ਦੇਖੋ ਮਹਾਰਾਜਾ ਰਣਜੀਤ ਸਿੰਘ ਬੱਚਿਓ, ਆਪਾਂ ਕੀ ਸਿੱਖਦੇ ਹਾਂ ਕਿ ਇੱਕ ਐਡਾ ਵੱਡਾ ਤਖਤ ਤੇ ਬੈਠਣ ਵਾਲਾ ਰਾਜਾ ਇੱਕ ਆਮ ਜਨਤਾ ਦੀ ਸੇਵਾ ਕਰ ਰਿਹਾ ਬਿਨਾਂ ਕਿਸੇ ਦਿਲ ਦੇ ਵਿੱਚ ਵੈਰ ਵਿਰੋਧ ਤੇ ਕੋਈ ਘਮੰਡ ਮਾਰੇ। ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੇ ਦੌਰਾਨ ਜਦ ਲਾਹੌਰ ਵਿੱਚ ਕਾਲ ਪੈ ਗਿਆ ਸੀ ਤੇ ਇੱਕ ਸੱਚੇ ਸੇਵਕ ਦਾ ਫਰਜ਼ ਨਿਭਾਉਂਦਾ ਅਤੇ ਲੋਕਾਂ ਦੇ ਦਿਲ ਖੋਲ ਕੇ ਉਸਨੇ ਰਾਜੇ ਨੇ ਮਹਾਰਾਜਾ ਰਣਜੀਤ ਸਿੰਘ ਨੇ ਉਸ ਲੋਕਾਂ ਦੀ ਸੇਵਾ ਕੀਤੀ ਸੀ। ਇਹ ਇਸ ਪਾਠ ਵਿੱਚ ਕਹਿੰਦੇ ਦੱਸਿਆ ਗਿਆ ਹੈ। ਠੀਕ ਹੈ ਬੱਚੇ, ਇਸ ਤੋਂ ਅੱਗੇ ਤੁਸੀਂ ਇਸ ਦੇ ਸ਼ਬਦ ਅਰਥ ਵੀ ਕਰਨੇ ਹਨ। ਇਹ ਸ਼ਬਦ ਅਰਥ ਤੁਸੀਂ ਆਪਣੀ ਫੇਅਰ ਨੋਟਬੁੱਕ ਤੇ ਕਰਨੇ ਹਨ। ਮੈਂ ਤੁਹਾਨੂੰ ਹਮੇਸ਼ਾ ਹੀ ਰਿਪੀਟ ਕਰਦੀ ਹਾਂ ਕਿ ਇਸ ਦਾ ਬੁੱਕ ਵਰਕ ਜਿਹੜਾ ਹੈਗਾ ਤੁਸੀਂ ਬੁੱਕ ਤੇ ਪੈਨਸਿਲ ਦੇ ਨਾਲ ਫਿਲ ਕਰਨਾ। ਇਸ ਦੇ ਸ਼ਬਦ ਅਰਥ, ਇਸ ਦੇ ਵਾਕ ਤੇ ਇਸ ਦੇ ਕੁਐਸਚਨ ਆਨਸਰ ਤੁਸੀਂ ਆਪਣੀ ਫੇਅਰ ਨੋਟਬੁੱਕ ਤੇ ਕਰਨੇ ਹਨ। ਕਾਲ ਪੈ ਜਾਣਾ, ਕੁਦਰਤੀ ਕਹਿਰ ਕਾਰਨ ਮੀਂਹ ਨਾ ਪੈਣਾ ਅਤੇ ਅਨਾਜ ਦੀ ਕਹਿੰਦੇ ਭਾਰੀ ਘਾਟ ਹੋ ਜਾਣਾ। ਜਦੋਂ ਮੀਂਹ ਨਹੀਂ ਪਏਗਾ ਉਸ ਟਾਈਮ ਟਿਊਬਲ ਵਗੈਰਾ ਜਿਹੜੇ ਖੂਹ ਸੀਗੇ ਘੱਟ ਸੀਗੇ, ਲੋਕੀ ਜ਼ਿਆਦਾਤਰ ਵਰਖਾ ਤੇ ਨਿਰਭਰ ਹੁੰਦੇ ਸੀ। ਕਹਿੰਦੇ ਜਦੋਂ ਵੀ ਕਾਲ ਪੈਂਦਾ ਸੀ ਉਸਦਾ ਇੱਕੋ ਕਾਰਨ ਹੁੰਦਾ ਸੀ, ਕਹਿੰਦੇ ਜਦੋਂ ਕੁਦਰਤੀ ਕਹਿਰ ਹੁੰਦਾ ਸੀ ਅਤੇ ਮੀਂਹ ਘੱਟ ਪੈਂਦਾ ਸੀ ਉਦੋਂ ਹੀ ਕਾਲ ਪੈਂਦਾ ਸੀ। ਸ਼ਾਹੀ ਗੁਦਾਮ, ਰਾਜ ਦਾ ਅੰਨ ਭੰਡਾਰ ਹੋ ਗਿਆ, ਟੱਬਰ ਹੋ ਗਿਆ, ਪਰਿਵਾਰ, ਸੇਵਕ ਕਰਨ ਵਾਲਾ। ਠੀਕ ਹੈ, ਪੰਡ, ਗਠੜੀ, ਮੁਨਾਦੀ ਕਰਾਉਣੀ, ਢਿੰਡੋਰਾ ਪਿਟਵਾਉਣਾ, ਜਰ ਲੈਂਦੇ, ਸਹਿ ਲੈਂਦੇ ਜਾਂ ਬਰਦਾਸ਼ਤ ਕਰ ਲੈਂਦੇ, ਵਡਿਆਈ, ਕਿਸੇ ਦੀ ਪ੍ਰਸ਼ੰਸਾ ਜਾਂ ਤਾਰੀਫ। ਬੱਚਿਓ ਅੱਗੇ ਹੈ MCQs। ਬਾਬੇ ਕੋਲੋਂ ਕੀ ਨਹੀਂ ਸੀ ਚੁੱਕਿਆ ਜਾ ਰਿਹਾ, ਬਾਬੇ ਕੋਲੇ ਕਹਿੰਦੇ ਪੰਡ ਨਹੀਂ ਸੀ ਚੁੱਕੀ ਜਾ ਰਹੀ। ਕਾਲ ਕਿੱਥੇ ਪੈ ਗਿਆ ਸੀ, ਕਾਲ ਕਹਿੰਦੇ ਲਾਹੌਰ ਵਿੱਚ ਪੈ ਗਿਆ ਸੀ। ਮੁਨਾਦੀ ਅਨੁਸਾਰ ਕੋਈ ਕਿੰਨਾ ਅਨਾਜ ਲੈ ਜਾ ਸਕਦਾ ਸੀ, ਜਿੰਨਾ ਮਰਜ਼ੀ ਲੈ ਜਾ ਸਕਦਾ ਸੀ। ਬਾਬੇ ਦੀ ਭਾਰੀ ਅਨਾਜ ਦੀ ਪੰਡ ਕਿਸਨੇ ਚੁੱਕੀ ਸੀ, ਇੱਕ ਲੰਬੇ ਨੌਜਵਾਨ ਨੇ ਚੁੱਕੀ ਸੀ। ਨੌਜਵਾਨ ਨੇ ਪੰਡ ਕਿਉਂ ਉਤਾਰ ਦਿੱਤੀ, ਕਿੱਥੇ ਉਤਾਰ ਦਿੱਤੀ ਸੀ? ਨੌਜਵਾਨ ਨੇ ਕਹਿੰਦੇ ਖੁੱਲੇ ਡੁੱਲੇ ਬੇੜੇ ਵਿੱਚ ਜਿਹੜੀ ਸੀਗੀ ਪੰਡ ਉਤਾਰ ਦਿੱਤੀ ਸੀ। ਪੰਡ ਚੁੱਕਣ ਵਾਲਾ ਨੌਜਵਾਨ ਕੌਣ ਸੀ? ਪੰਡ ਚੁੱਕਣ ਵਾਲਾ ਨੌਜਵਾਨ ਪੰਡ ਚੁੱਕਣ ਵਾਲਾ ਨੌਜਵਾਨ ਕੌਣ ਸੀ? ਪੰਡ ਚੁੱਕਣ ਵਾਲਾ ਨੌਜਵਾਨ ਮਹਾਰਾਜਾ ਰਣਜੀਤ ਸਿੰਘ ਸੀ। ਬਾਬੇ ਨੇ ਖੁਸ਼ੀ ਵਿੱਚ ਮਹਾਰਾਜੇ ਨੂੰ ਕੀ ਕਹਿ ਕੇ ਵਡਿਆਇਆ ਸੀ? ਸੱਚਾ ਸੇਵਕ। ਅੱਗੇ ਹੈ ਬਲੈਂਕਸ। ਬਾਬਾ ਜੀ ਤੋਂ ਡੈਸ਼ ਨਹੀਂ ਸੀ ਚੁੱਕੀ ਜਾਂਦੀ, ਬਾਬਾ ਜੀ ਤੋਂ ਪੰਡ ਨਹੀਂ ਸੀ ਚੁੱਕੀ ਜਾਂਦੀ। ਲੋਕਾਂ ਦੀ ਡੈਸ਼ ਦਾ ਕੋਈ ਟਿਕਾਣਾ ਨਾ ਰਿਹਾ, ਲੋਕਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਮਹਾਰਾਜੇ ਦੀ ਡੈਸ਼ ਦੇ ਵਾਜੇ ਵੱਜਣ ਲੱਗੇ, ਮਹਾਰਾਜੇ ਦੀ ਵਡਿਆਈ ਦੇ ਵਾਜੇ ਵੱਜਣ ਲੱਗੇ। ਲੋਕਾਂ ਦੀ ਡੈਸ਼ ਮੁੱਕ ਗਈ ਸੀ, ਲੋਕਾਂ ਦੀ ਚਿੰਤਾ ਮੁੱਕ ਗਈ ਸੀ। ਦਾਦਾ ਪੋਤਰਾ ਡੈਸ਼ ਨਾਲ ਵੇਖ ਰਹੇ ਸਨ, ਦਾਦਾ ਪੋਤਰਾ ਬੇਵਸੀ ਨਾਲ ਦੇਖ ਰਹੇ ਸਨ। ਥੋੜੇ ਅਨਾਜ ਨਾਲ ਘਰ ਦਾ ਡੈਸ਼ ਨਹੀਂ ਸੀ ਹੋਣਾ, ਥੋੜੇ ਅਨਾਜ ਨਾਲ ਘਰ ਦਾ ਗੁਜ਼ਾਰਾ ਨਹੀਂ ਸੀ ਹੋਣਾ। ਬਾਬੇ ਦੇ ਪੈਰਾਂ ਹੇਠੋਂ ਡੈਸ਼ ਖਿਸਕ ਗਈ ਸੀ, ਬਾਬੇ ਦੇ ਪੈਰੋਂ ਹੇਠੋਂ ਜ਼ਮੀਨ ਖਿਸਕ ਗਈ ਸੀ। ਮੇਰੀ ਡੈਸ਼ ਭੁੱਖੀ ਮਰੇ, ਇਹ ਕਦੇ ਨਹੀਂ ਹੋ ਸਕਦਾ। ਮੇਰੀ ਪਰਜਾ ਭੁੱਖੀ ਮਰੇ। ਬਾਬਾ ਜੀ ਮੈਂ ਤੁਹਾਡਾ ਡੈਸ਼ ਹਾਂ, ਬਾਬਾ ਜੀ ਮੈਂ ਤੁਹਾਡਾ ਸੇਵਕ ਹਾਂ। ਨੈਕਸਟ ਹੈ ਟਰੂ ਫਾਲਸ। ਪੰਡ ਬਹੁਤ ਭਾਰੀ ਸੀ, ਠੀਕ ਹੈ। ਬੱਚੇ ਨੇ ਪੰਡ ਚੁੱਕ ਲਈ ਸੀ, ਗਲਤ। ਦਾਦਾ ਪੋਤਰਾ ਬੇਵਸੀ ਨਾਲ ਵੇਖ ਰਹੇ ਸਨ, ਠੀਕ ਹੈ। ਮੀਂਹ ਦੀ ਘਾਟ ਕਾਰਨ ਫਸਲਾਂ ਦੀ ਪੈਦਾਵਾਰ ਨਾ ਹੋਈ, ਠੀਕ ਹੈ। ਬਾਬੇ ਦਾ ਟੱਬਰ ਬਹੁਤ ਛੋਟਾ ਸੀ, ਗਲਤ ਹੈ। ਨੌਜਵਾਨ ਮਹਾਰਾਜਾ ਰਣਜੀਤ ਸਿੰਘ ਸੀ, ਠੀਕ ਹੈ। ਬਾਬਾ ਮਹਾਰਾਜੇ ਬਾਰੇ ਜਾਣ ਕੇ ਡਰ ਗਿਆ ਸੀ, ਗਲਤ। ਬਾਬਾ ਮਹਾਰਾਜੇ ਨੂੰ ਸੱਚਾ ਸੇਵਕ ਕਹਿੰਦਾ ਹੈ, ਠੀਕ। ਅੱਗੇ ਹੈ ਬੱਚਿਓ ਚੋਣ ਪ੍ਰਸ਼ਨ। ਉਸਤਤ ਸ਼ਬਦ ਦਾ ਸਹੀ ਸਮਾਨਾਰਥਕ ਕਿਹੜਾ ਹੈ? ਵਡਿਆਈ। ਉਸਤਾਦ ਸ਼ਬਦ ਦਾ ਇਸਤਰੀ ਲਿੰਗ ਕਿਹੜਾ ਹੈ? ਉਸਤਾਦਣੀ। ਰੁੱਖ ਸ਼ਬਦ ਦਾ ਬਹੁਵਚਨ ਕਿਹੜਾ ਹੈ? ਰੁੱਖਾਂ। ਸਵਾਲ ਦਾ ਵਿਰੋਧੀ ਸ਼ਬਦ ਕਿਹੜਾ ਹੈ? ਜਵਾਬ। ਸਫਲਤਾ ਦਾ ਵਿਰੋਧੀ ਸ਼ਬਦ ਕਿਹੜਾ ਹੈ? ਅਸਫਲਤਾ। ਇਹ ਸੀਗਾ ਬੱਚਿਓ ਤੁਹਾਡਾ ਅੱਜ ਦਾ ਟੌਪਿਕ, ਠੀਕ ਹੈ। ਇਸ ਨੂੰ ਚੰਗੀ ਤਰ੍ਹਾਂ ਰੀਡ ਕੀਤਾ ਤੁਸੀਂ। ਹੁਣ ਮੈਂ ਨੈਕਸਟ ਅਸਾਈਨਮੈਂਟ ਦੇ ਵਿੱਚ ਤੁਹਾਨੂੰ ਇਸ ਦਾ ਬੁੱਕ ਵਰਕ ਵੀ ਦਵਾਂਗੀ। ਥੈਂਕਸ, ਹੈਵ ਅ ਨਾਈਸ ਡੇ।